प्यारे बच्चों, प्यार भरी सत श्री अकाल। स्वागत जिंदगी 5 ਦੇ ਵਿੱਚ ਅੱਜ ਤੁਹਾਡਾ ਫੇਰ ਸਵਾਗਤ ਹੈ। ਪਾਠ ਪਹਿਲਾ ਸਿਹਤ ਅਤੇ ਸਫਾਈ ਦਾ ਭਾਗ ਈੜੀ ਸਫਾਈ ਅੱਜ ਮੈਂ ਤੁਹਾਨੂੰ ਕਰਵਾਵਾਂਗੀ। ਜੋ ਸਾਹਮਣੇ ਤੁਹਾਨੂੰ ਸਕਰੀਨ ਦੇ ਉੱਪਰ ਮਾਈਂਡ ਮੈਪ ਨਜ਼ਰ ਆ ਰਿਹਾ ਹੈ, ਇਸ ਵਿੱਚ ਤੁਹਾਨੂੰ ਦੱਸਿਆ ਜਾਏਗਾ ਸਫਾਈ ਅਤੇ ਚੰਗੀ ਸਿਹਤ ਦੇ ਕਿਸ ਤਰ੍ਹਾਂ ਤੁਹਾਨੂੰ ਸਮਝ ਦਿੱਤੀ ਜਾਵੇ, ਜਿਸ ਨਾਲ ਤੁਹਾਡਾ ਸਰਵਪੱਖੀ ਵਿਕਾਸ ਹੋਣ ਦੇ ਨਾਲ ਕੁਝ ਤੁਹਾਡੀਆਂ ਜ਼ਰੂਰਤਾਂ ਦੇ ਨਾਲ ਤੁਹਾਡੇ ਕੁਝ ਕਰਤੱਵ ਵੀ ਬਣ ਜਾਂਦੇ ਆ। ਉਹ ਤੁਸੀਂ ਕਿਸ ਤਰ੍ਹਾਂ ਅੱਗੇ ਆ ਕੇ ਸਫਾਈ ਦੇ ਵਿੱਚ ਸਹਿਯੋਗ ਦੇ ਸਕਦੇ ਹੋ। ਚਲੋ ਅਸੀਂ ਸਭ ਤੋਂ ਪਹਿਲਾਂ ਆਪਣੀ ਨਿੱਜੀ ਸਫਾਈ ਕਿਸ ਤਰ੍ਹਾਂ ਰੱਖਾਂਗੇ ਉਸ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਬੱਚਿਓ, ਅਸੀਂ ਆਪਣੇ ਸਰੀਰ ਦੀ ਸਫਾਈ ਸਾਨੂੰ ਰੱਖਣੀ ਚਾਹੀਦੀ ਹੈ। ਉਸ ਵਿੱਚ ਪੈਰ ਪਾਣੀ ਦੇ ਨਾਲ ਧੋਣੇ ਚਾਹੀਦੇ ਹੈ, ਹੱਥਾਂ ਦੇ ਨਹੁੰ ਕੱਟਣੇ ਚਾਹੀਦੇ ਹੈ, ਉਹਨਾਂ ਨੂੰ ਵੀ ਅੱਛੀ ਤਰ੍ਹਾਂ ਧੋਣਾ ਚਾਹੀਦਾ ਹੈ। ਫਿਰ ਸਾਡੇ ਜਿਹੜੇ ਵਾਲ ਹੁੰਦੇ ਹੈ ਉਹਨਾਂ ਨੂੰ ਵੀ ਸਾਬਣ ਨਾਲ ਧੋਣਾ ਚਾਹੀਦਾ ਹੈ, ਹੱਥਾਂ ਨੂੰ ਵੀ ਸਾਬਣ ਨਾਲ ਧੋਣਾ ਚਾਹੀਦਾ ਨਹੁੰ ਕੱਟਣ ਤੋਂ ਬਾਅਦ। ਠੀਕ ਹੈ ਬੇਟੇ। ਫਿਰ ਵਾਲ ਹੈ ਜਿਹੜੇ ਉਹਨਾਂ ਨੂੰ ਕੰਘੀ ਕਰਦੇ ਰਹਿਣਾ ਚਾਹੀਦਾ ਹੈ ਅਤੇ ਧੋਣਾ ਵੀ ਚਾਹੀਦਾ ਹੈ। ਕੰਘੀ ਨੂੰ ਵੀ ਧੋਣਾ ਚਾਹੀਦਾ ਹੈ, ਕੰਘੀ ਵੀ ਸਾਫ਼ ਕਰਨੀ ਚਾਹੀਦੀ ਹੈ। ਸਰੀਰ ਦੀ ਸਫਾਈ ਸਾਡੇ ਲਈ ਬਹੁਤ ਜ਼ਰੂਰੀ ਹੈ। ਫਿਰ ਚਿਹਰੇ ਦੀ ਸਫਾਈ ਖਾਸ ਕਰਕੇ ਬਹੁਤ ਜ਼ਰੂਰੀ ਹੈ। ਅੱਜ ਕੱਲ੍ਹ ਦੇ ਮਾਹੌਲ ਦੇ ਵਿੱਚ ਅੱਖਾਂ ਦੀ ਸਫਾਈ ਸਾਨੂੰ ਰੱਖਣੀ ਚਾਹੀਦੀ ਹੈ। ਅੱਖਾਂ ਮਲਦੇ ਨਹੀਂ ਰਹਿਣਾ ਚਾਹੀਦਾ ਸਾਨੂੰ, ਅੱਖਾਂ ਨੂੰ ਪਾਣੀ ਦੇ ਛਿੱਟੇ ਮਾਰਦੇ ਰਹਿਣਾ ਚਾਹੀਦਾ ਹੈ। ਕੁਝ ਬੱਚੇ ਨੱਕ ਵਿੱਚ ਉਂਗਲੀ ਮਾਰਦੇ ਹਨ, ਨਹੀਂ, ਉਹ ਉਂਗਲੀਆਂ ਨਹੀਂ ਮਾਰਦੇ ਰਹਿਣਾ ਚਾਹੀਦਾ। ਨੱਕ ਨੂੰ ਵੀ ਪਾਣੀ ਨਾਲ ਸਾਫ਼ ਕਰਦੇ ਰਹਿਣਾ ਚਾਹੀਦਾ, ਗਿੱਲਾ ਕਰਕੇ ਨਾ ਨੱਕ ਕੱਪੜੇ ਨਾਲ ਸਾਫ਼ ਕਰੋ। ਫਿਰ ਕੰਨਾਂ ਦੀ ਜਿਹੜੀ ਸਫਾਈ ਹੈ ਉਹ ਵੀ ਈਅਰਬਡਸ ਨਾਲ ਜਾਂ ਗਿੱਲੇ ਕੱਪੜੇ ਨਾਲ ਕੰਨ ਵੀ ਸਾਫ਼ ਰੱਖਣੇ ਚਾਹੀਦੇ ਹੈ। ਠੀਕ ਹੈ ਬੱਚਿਓ। ਚਿਹਰੇ ਦੀ ਸਫਾਈ ਹੋ ਗਈ, ਕੰਨਾਂ ਦੀ ਸਫਾਈ। ਫਿਰ ਆਪਣੇ ਕੱਪੜਿਆਂ ਦੀ ਨਿੱਜੀ ਦੇ ਵਿੱਚ ਜਦੋਂ ਪਰਸਨਲ ਆਪਣੇ ਆਪ ਦੀ ਗੱਲ ਕਰਦੇ ਹਾਂ ਤਾਂ ਕੱਪੜਿਆਂ ਦੀ ਸਫਾਈ ਰੱਖਣੀ। ਜਿਹੜੇ ਤੁਸੀਂ ਕੱਪੜੇ ਪਾਉਂਦੇ ਹੋ ਉਹ ਸਾਫ਼ ਸੁਥਰੇ ਰੱਖਣੇ ਚਾਹੀਦੇ ਹੈ। ਇਹ ਨਹੀਂ ਵੀ ਤੁਸੀਂ ਯੂਨੀਫਾਰਮ ਚਾਹੇ ਸਕੂਲ ਵਿੱਚ ਪਾਈਏ ਜਾਂ ਘਰ ਵਿੱਚ ਪਾਈਏ ਵੀ ਉਹਨਾਂ ਨੂੰ ਗੰਦੇ ਕਰ ਲਓ, ਨਹੀਂ, ਉਹ ਵੀ ਸਾਫ਼ ਰੱਖਣੇ ਚਾਹੀਦੇ ਹੈ। ਸਾਫ਼ ਕੱਪੜੇ ਹੀ ਪਾਉਣੇ ਚਾਹੀਦੇ ਹੈ। ਜਿਹੜੇ ਤੁਸੀਂ ਬਿਸਤਰੇ ਦੇ ਉੱਪਰ ਰਾਤ ਨੂੰ ਜਾਂ ਦਿਨ ਦੇ ਸਮੇਂ ਜੋ ਬਿਸਤਰੇ ਵਰਤਦੇ ਹੋ, ਬਿਸਤਰਿਆਂ ਦੇ ਉੱਪਰ ਵੀ ਗੰਦੇ ਪੈਰ ਲੈ ਕੇ ਨਹੀਂ ਚੜ੍ਹਨਾ ਚਾਹੀਦਾ। ਗੰਦੇ ਆਪਣੇ ਕੱਪੜੇ ਵੀ ਤੁਹਾਡੇ ਗੰਦੇ ਹੋਣ ਤਾਂ ਬਿਸਤਰੇ ਗੰਦੇ ਹੋ ਜਾਣਗੇ, ਉੱਪਰ ਨਹੀਂ ਚੜ੍ਹਨਾ ਚਾਹੀਦਾ। ਠੀਕ ਹੈ ਬੱਚਿਓ। ਇਹ ਤਾਂ ਹੋਈ ਨਿੱਜੀ, ਤੁਸੀਂ ਆਪਣੀ ਪਰਸਨਲ, ਠੀਕ ਹੈ, ਕਿਵੇਂ ਸਫਾਈ ਰੱਖੋਗੇ। ਉਸ ਤੋਂ ਬਾਅਦ ਸਾਨੂੰ ਆਪਣੇ ਘਰ ਦੀ ਸਫਾਈ ਰੱਖਣੀ ਚਾਹੀਦੀ ਹੈ। ਉਸ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਰਸੋਈ। ਠੀਕ ਹੈ। ਰਸੋਈ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਪਾਣੀ ਵੀ ਪੀਂਦੇ ਹਾਂ, ਖਾਣਾ ਵੀ ਜਦੋਂ ਖਾਂਦੇ ਹਾਂ ਤਾਂ ਸਾਨੂੰ ਜਿਹੜੇ ਬਰਤਨ ਹੈ ਉਹ ਸਾਫ਼ ਰੱਖਣੇ ਚਾਹੀਦੇ ਹੈ। ਚੀਜ਼ਾਂ ਦਾ ਰੱਖ ਰਖਾਵ ਰਸੋਈ ਦੇ ਵਿੱਚ ਸਾਨੂੰ ਠੀਕ ਕਰਨਾ ਚਾਹੀਦਾ ਹੈ। ਠੀਕ ਹੈ। ਅਤੇ ਚੁੱਲ੍ਹਾ ਜਾਂ ਗੈਸ, ਜਿਹੜਾ ਗੈਸ ਚੁੱਲ੍ਹਾ ਹੈ ਜਾਂ ਚੁੱਲ੍ਹਾ ਹੈ, ਉਹਦੇ ਆਲੇ ਦੁਆਲੇ ਵੀ ਗੰਦ ਨਹੀਂ ਹੋਣਾ ਚਾਹੀਦਾ, ਉਸ ਨੂੰ ਵੀ ਸਾਫ਼ ਰੱਖਣਾ ਚਾਹੀਦਾ। ਖਾਣਾ ਬਣਾਉਣ ਤੋਂ ਪਹਿਲਾਂ ਵੀ ਸਾਫ਼ ਕਰੋ, ਬਾਅਦ 'ਚ ਵੀ ਸਾਫ਼ ਕਰਦੇ ਰਹਿਣਾ ਚਾਹੀਦਾ। ਠੀਕ ਹੈ ਬੱਚਿਓ। ਕਿਚਨ ਦੇ ਵਿੱਚ, ਰਸੋਈ ਦੇ ਵਿੱਚ। ਫਿਰ ਉਸ ਤੋਂ ਬਾਅਦ ਬਾਥਰੂਮ ਦੀ ਗੱਲ ਆਉਂਦੀ ਹੈ ਬੱਚਿਓ। ਬਾਥਰੂਮ ਨਹੀਂ, ਕਮਰੇ ਦੇ ਵਿੱਚ ਵੀ ਤੁਹਾਨੂੰ ਸਾਫ਼ ਸਫਾਈ ਰੱਖਣੀ ਚਾਹੀਦੀ ਹੈ, ਜਿੱਥੇ ਤੁਸੀਂ ਸਾਰਾ ਦਿਨ ਰਹਿੰਦੇ ਹੋ, ਪੜ੍ਹਦੇ ਹੋ ਬੈਠ ਕੇ। ਠੀਕ ਹੈ। ਫਿਰ ਅਸੀਂ ਬਾਥਰੂਮ ਦੀ ਗੱਲ ਕਰਦੇ ਹਾਂ। ਬਾਥਰੂਮ ਨੂੰ ਸੁੱਕਾ ਰੱਖਣਾ ਚਾਹੀਦਾ ਹੈ, ਗਿੱਲਾ ਹੋਏਗਾ ਤਾਂ ਉੱਥੇ ਮੱਛਰ ਪੈਦਾ ਹੋ ਸਕਦੇ ਹੈ। ਠੀਕ ਹੈ। ਅਤੇ ਫਿਸਲਣ ਵੀ ਹੋ ਸਕਦੀ ਹੈ, ਕਈ ਵਾਰ ਦੁਰਘਟਨਾਵਾਂ ਵੀ ਬਾਥਰੂਮ ਦੇ ਵਿੱਚ ਹੋ ਜਾਂਦੀਆਂ ਗੰਦਗੀ ਹੋਣ ਕਾਰਨ। ਫਿਰ ਜਿਹੜੇ ਸਾਡੇ ਟੋਇਲਟ ਹੈ, ਪਖਾਨੇ ਹੈ, ਉਹਨਾਂ ਦੇ ਵਿੱਚ ਵੀ ਫਰਨੈਲ ਦੀ ਸਾਨੂੰ ਵਰਤੋਂ ਕਰਨੀ ਚਾਹੀਦੀ ਹੈ। ਟੋਇਲਟ ਸੀਟ ਸਾਫ਼ ਸੁਥਰੀ ਸਾਨੂੰ ਰੱਖਣੀ ਚਾਹੀਦੀ ਹੈ। ਘਰ ਦੀ ਸਫਾਈ ਦੇ ਵਿੱਚ ਵੀ ਸਾਨੂੰ ਆਪਣੇ ਮਾਤਾ ਪਿਤਾ ਦਾ ਸਹਿਯੋਗ ਬੱਚਿਓ ਕਰਨਾ ਚਾਹੀਦਾ। ਠੀਕ ਹੈ। ਫਿਰ ਸਾਡੇ ਆਲੇ ਦੁਆਲੇ ਦੀ ਸਫਾਈ ਦੀ ਹੁਣ ਅਸੀਂ ਗੱਲ ਕਰਾਂਗੇ। ਆਲੇ ਦੁਆਲੇ ਦੀ ਜੋ ਸਫਾਈ ਹੈ, ਗਲੀ ਮੁਹੱਲਾ, ਠੀਕ ਹੈ, ਸਾਡੇ ਸਭ ਤੋਂ ਪਹਿਲਾਂ ਅਸੀਂ ਘਰ ਤੋਂ ਬਾਹਰ ਗਲੀ ਦੇ ਵਿੱਚ ਨਿਕਲਦੇ ਹਾਂ ਤਾਂ ਉੱਥੇ ਬੱਚਿਓ ਅਗਰ ਘਾਹ ਫੂਸ ਹੈ ਤਾਂ ਉਹਨੂੰ ਅੱਗ ਨਹੀਂ ਲਾਉਣਾ ਚਾਹੀਦਾ। ਠੀਕ ਹੈ। ਉਹਨੂੰ ਜਾਂ ਤਾਂ ਕੂੜੇਦਾਨ ਦੇ ਵਿੱਚ ਸੁੱਟਣਾ ਚਾਹੀਦਾ ਜਾਂ ਫਿਰ ਕਿਆਰੀਆਂ ਦੇ ਵਿੱਚ ਪਾ ਕੇ ਪਾਣੀ ਲਗਾ ਦਿਓ, ਤਾਂ ਫਿਰ ਉਹ ਪਾਣੀ ਦੇ ਨਾਲ ਉਹ ਖਾਦ ਦਾ ਕੰਮ ਵੀ ਕਰਦੀ ਹੈ। ਫਿਰ ਕੂੜਾ ਹੈ ਜਿਹੜਾ ਕੂੜਾਦਾਨ ਦੇ ਵਿੱਚ ਸਿੱਟਣਾ ਚਾਹੀਦਾ। ਅਗਰ ਉੱਥੇ ਤੁਸੀਂ ਪਾਣੀ ਸੁੱਟੋਗੇ, ਸ਼ਰਾਰਤ ਕਰੋਗੇ ਜਾਂ ਤੁਹਾਡਾ ਨਾਲੀਆਂ ਦਾ ਪਾਣੀ ਨਿਕਲ ਰਿਹਾ ਤਾਂ ਨਾਲੀਆਂ ਨੂੰ ਸਾਫ਼ ਕੀਤਾ ਜਾਵੇ, ਜਾਂ ਫਿਰ ਕੋਈ ਲੀਕੇਜ ਹੋ ਰਹੀ ਹੈ, ਚਿੱਕੜ ਹੋ ਗਿਆ ਤਾਂ ਚਿੱਕੜ ਨਹੀਂ ਹੋਣਾ ਚਾਹੀਦਾ ਗਲੀ ਦੇ ਵਿੱਚ ਵੀ। ਤੁਹਾਡੇ ਆਲੇ ਦੁਆਲੇ ਚਿੱਕੜ ਹੋਏਗਾ ਤਾਂ ਉੱਥੇ ਮੱਛਰ ਪੈਦਾ ਹੋ ਜਾਏਗਾ, ਮੱਛਰ ਪੈਦਾ ਹੋਏਗਾ ਤਾਂ ਮਲੇਰੀਆ, ਡੇਂਗੂ ਵਰਗੀਆਂ ਬਿਮਾਰੀਆਂ ਵੀ ਹੋ ਸਕਦੀਆਂ। ਸਿਹਤ ਦੇ ਪੱਖੋਂ ਸਾਨੂੰ ਗਲੀ ਮੁਹੱਲਾ ਵੀ ਸਾਫ਼ ਰੱਖਣਾ ਚਾਹੀਦਾ ਹੈ ਬੱਚਿਓ। ਠੀਕ ਹੈ। ਹੁਣ ਅਸੀਂ ਗੱਲ ਕਰਾਂਗੇ ਸਾਡੇ
ਹੋਰ ਜਨਤਕ ਸਥਾਨ, ਜਦੋਂ ਬੱਚਾ ਛੋਟਾ ਹੀ ਹੁੰਦਾ ਹੈ, ਘਰ ਹੁੰਦਾ ਹੈ, ਤਾਂ ਉਹ ਸੜਕ 'ਤੇ, ਪਾਰਕ, ਬੱਸ ਅੱਡਾ, ਰੇਲਵੇ ਸਟੇਸ਼ਨ, ਮਾਰਕੀਟ, ਹਸਪਤਾਲ ਦੇ ਵਿੱਚ ਵੀ ਅਸੀਂ ਆਪਣੇ ਮਾਤਾ ਪਿਤਾ ਨਾਲ ਜਾਂਦੇ ਰਹਿੰਦੇ ਹਾਂ, ਬੱਚੇ ਜਾਂਦੇ ਰਹਿੰਦੇ ਆ, ਠੀਕ ਹੈ। ਅਤੇ ਉਹਨਾਂ ਨੂੰ ਪਬਲਿਕ ਪਲੇਸ ਵੀ ਕਹਿੰਦੇ ਆ। ਕੂੜਾ ਕਰਕਟ ਹੈ ਜਿਹੜਾ, ਉੱਥੇ ਇਹਨਾਂ ਜਗ੍ਹਾ ਦੇ ਵਿੱਚ ਤੁਹਾਨੂੰ ਨਹੀਂ ਸੁੱਟਣਾ ਚਾਹੀਦਾ। ਜਿਵੇਂ ਤੁਸੀਂ ਕੇਲਾ ਖਾ ਕੇ ਉੱਥੇ ਸੁੱਟ ਦਿੰਦੇ ਹੋ, ਕੋਈ ਫਿਸਲ ਕੇ ਗਿਰ ਸਕਦਾ ਹੈ, ਠੀਕ ਹੈ। ਕੂੜੇ ਨੂੰ ਕੂੜਾਦਾਨ ਦੇ ਵਿੱਚ ਪਾਉਣਾ ਚਾਹੀਦਾ, ਅਤੇ ਪਖਾਨੇ ਵਾਲੀ ਜਗ੍ਹਾ 'ਤੇ ਸਾਨੂੰ ਪਾਣੀ ਛੱਡਣਾ ਚਾਹੀਦਾ ਹੈ। ਅਤੇ ਫਰਨੈਲ ਅਗਰ ਕੋਲ ਪਈ ਹੈ ਤਾਂ ਪਾਣੀ ਤੁਸੀਂ ਜਦੋਂ ਉੱਥੇ ਰੱਖੇ ਹੋਏ ਮੱਗ ਜਾਂ ਕੋਈ ਵੀ ਡੱਬਾ ਉਹਦੇ ਵਿੱਚ ਪਾ ਕੇ ਤੁਸੀਂ ਫਰਨੈਲ ਦਾ ਵੀ ਉੱਥੇ ਪ੍ਰਯੋਗ ਕਰ ਸਕਦੇ ਹੋ, ਜਿਸ ਨਾਲ ਸਾਡਾ ਸਭ ਦਾ ਭਲਾ ਹੋ ਸਕਦਾ ਹੈ। ਕੋਈ ਬਿਮਾਰੀ ਨਹੀਂ, ਕਿਸੇ ਨੂੰ ਵੀ ਕੋਈ ਕੀਟਾਣੂ ਹੈ ਤਾਂ ਉਸ ਦਾ ਨਾਸ਼ ਹੋ ਸਕਦਾ ਹੈ। ਬੱਚੇ ਅਸੀਂ ਸਭ ਤੋਂ ਪਹਿਲਾਂ ਕੀ ਕੀਤਾ, ਆਪਣੀ ਨਿੱਜੀ ਸਫਾਈ ਬਾਰੇ ਗੱਲ ਕੀਤੀ, ਫਿਰ ਘਰ ਦੀ ਸਫਾਈ ਬਾਰੇ ਗੱਲ ਕੀਤੀ, ਫਿਰ ਆਲੇ ਦੁਆਲੇ ਦੀ ਸਫਾਈ ਬਾਰੇ ਗੱਲ ਕੀਤੀ, ਫਿਰ ਹੋਰ ਜਨਤਕ ਸਥਾਵਾਂ 'ਤੇ ਕਿਵੇਂ ਸਫਾਈ ਰੱਖੀ ਜਾ ਸਕਦੀ ਹੈ। ਆਓ ਹੁਣ ਸਭ ਤੋਂ ਜਦੋਂ ਮਹੱਤਵਪੂਰਨ, ਅਸੀਂ ਜਿੱਥੇ ਸਾਰਾ ਦਿਨ ਸਕੂਲ ਦੇ ਵਿੱਚ ਆਪਣੀ ਸਮਾਂ ਬਤੀਤ ਕਰਦੇ ਹਾਂ, ਤਾਂ ਫਿਰ ਅਸੀਂ ਆਪਣੀ ਸਫਾਈ ਸਕੂਲ ਦੀ ਕਿਵੇਂ ਰੱਖੀਏ। ਚਲੋ ਅਸੀਂ ਸ਼ੁਰੂ ਕਰਦੇ ਹਾਂ। ਸਕੂਲ ਦੇ ਵਿੱਚ ਜਦੋਂ ਤੁਸੀਂ ਬੱਚਿਓ ਆਉਂਦੇ ਹੋ ਤਾਂ ਆਪਣੇ ਕਮਰੇ ਦੇ ਵਿੱਚ ਸਭ ਤੋਂ ਪਹਿਲਾਂ ਜਾਂਦੇ ਹੋ, ਠੀਕ ਹੈ। ਉੱਥੇ ਤੁਸੀਂ ਕਮਰੇ ਨੂੰ ਸਾਫ਼ ਰੱਖਣਾ ਤੁਹਾਡਾ ਫਰਜ਼ ਬਣਦਾ ਹੈ। ਕਾਗਜ਼, ਪੈਨਸਲ ਦੇ ਛਿਲਕੇ ਵਗੈਰਾ ਆਪਣੇ ਹੀ ਢੰਗ ਨਾਲ ਉੱਥੇ ਰੱਖੇ ਹੋਏ ਕੂੜਾਦਾਨ ਦੇ ਵਿੱਚ ਪਾਓ, ਜਾਂ ਫਿਰ ਆਪਣੇ ਕੋਲ ਕੋਈ ਲਿਫਾਫਾ ਰੱਖੋ ਜਿਸ ਵਿੱਚ ਤੁਸੀਂ ਇਹਨਾਂ ਚੀਜ਼ਾਂ ਨੂੰ ਪਾ ਸਕਦੇ ਹੋ, ਅਤੇ ਬਾਅਦ ਵਿੱਚ ਉਸ ਨੂੰ ਕੂੜਾਦਾਨ ਸਕੂਲ ਵਾਲੇ ਜਾਂ ਘਰ ਵਾਲੇ ਕੂੜਾਦਾਨ ਵਿੱਚ ਪ੍ਰਯੋਗ ਕਰ ਸਕਦੇ ਹੋ। ਕਮਰੇ ਦੇ ਵਿੱਚ ਚੌਕ ਜਾਂ ਡਸਟਰ ਹੈ, ਉਸਨੂੰ ਐਵੇਂ ਹੀ ਤੁਸੀਂ ਪ੍ਰਯੋਗ ਨਹੀਂ ਕਰਦੇ ਰਹਿਣਾ ਚਾਹੀਦਾ। ਡਸਟਰ ਨੂੰ ਹਮੇਸ਼ਾ ਫਰਸ਼ ਦੇ ਉੱਪਰ ਹੀ ਡਸਟ ਝਾੜਨੀ ਚਾਹੀਦੀ ਹੈ। ਉਹ ਅਧਿਆਪਕਾਂ ਦਾ ਹੀ ਕੰਮ ਹੁੰਦਾ ਹੈ, ਪਰ ਅਗਰ ਬੱਚਾ ਝਾੜਦਾ ਵੀ ਹੈ ਤਾਂ ਉਹਨੂੰ ਉੱਪਰ ਨਾ ਕਰੇ, ਜਿਹੜਾ ਉਸਦੀ ਜਿਹੜੀ ਡਸਟ ਹੈ ਉਸਦੇ ਨੱਕ ਦੇ ਅੰਦਰ ਨਾ ਜਾਵੇ। ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ। ਚੌਕ ਐਵੇਂ ਗਿਰੇ ਕਮਰੇ ਦੇ ਵਿੱਚ, ਸਕੂਲ ਦੇ ਤੁਹਾਡੇ ਕਲਾਸਰੂਮ ਜਮਾਤ ਦੇ ਵਿੱਚ ਨਹੀਂ ਹੋਣੇ ਚਾਹੀਦੇ। ਬੈਂਚਾਂ ਦਾ ਰੱਖ ਰਖਾਵ ਵੀ ਕਮਰੇ ਦੇ ਵਿੱਚ ਅਰੇਂਜਮੈਂਟ ਠੀਕ ਹੋਣਾ ਚਾਹੀਦਾ ਹੈ। ਅਗਰ ਤੁਸੀਂ ਦੌੜਦੇ ਹੋ ਜਾਂ ਇੱਧਰ ਉੱਧਰ ਘੁੰਮਦੇ ਹੋ ਤਾਂ ਫਿਰ ਉਹ ਬੈਂਚ ਇੱਧਰ ਉੱਧਰ ਹੋ ਜਾਂਦੇ ਆ, ਤਾਂ ਉਹਨਾਂ ਨੂੰ ਠੀਕ ਰੱਖਣਾ ਚਾਹੀਦਾ ਹੈ। ਅਤੇ ਆਪਣਾ ਡਸਟਰ ਨਾਲ ਲੈ ਕੇ ਆਉਣਾ ਚਾਹੀਦਾ ਹੈ। ਉੱਥੋਂ ਦੇ ਜਿਹੜੇ ਚਪੜਾਸੀ ਹੈ ਉਹ ਤਾਂ ਸਾਫ਼ ਕਰਦੇ ਹੀ ਹੈ। ਬੱਚਿਓ ਤੁਸੀਂ ਖੁਦ ਵੀ ਆਪਣਾ ਬੈਂਚ ਨੂੰ ਸਾਫ਼ ਰੱਖਣਾ ਤੁਹਾਡਾ ਫਰਜ਼ ਬਣਦਾ ਹੈ। ਫਿਰ ਬੱਚਿਓ ਤੁਸੀਂ ਕਮਰੇ ਤੋਂ ਬਾਅਦ ਖੇਡਣ ਵਾਸਤੇ, ਜਦੋਂ ਤੁਹਾਡਾ ਕੋਈ ਗੇਮ ਪੀਰੀਅਡ ਹੁੰਦਾ ਤਾਂ ਤੁਸੀਂ ਬਾਹਰ ਜਾਂਦੇ ਹੋ, ਗਰਾਊਂਡ ਦੇ ਵਿੱਚ ਕੁਛ ਦੇਖਦੇ ਹੋ, ਕੰਕਰ ਪੱਥਰ, ਇਹ ਨਹੀਂ ਵੀ ਉਹ ਤੁਹਾਡਾ ਫਰਜ਼ ਨਹੀਂ ਹੈ। ਨਹੀਂ ਬੱਚਿਓ, ਤੁਹਾਡੇ ਪੈਰ ਦੇ ਵਿੱਚ ਆਇਆ, ਤੁਹਾਡੇ ਅੱਖਾਂ ਦੇ ਸਾਹਮਣੇ ਆਇਆ ਤਾਂ ਉਹਨੂੰ ਕੰਕਰ ਪੱਥਰ ਨੂੰ ਉੱਥੋਂ ਹਟਾ ਦੇਣਾ ਚਾਹੀਦਾ ਹੈ, ਕੂੜਾਦਾਨ ਦੇ ਵਿੱਚ ਪਾ ਦੇਣਾ ਚਾਹੀਦਾ ਹੈ। ਫਿਰ ਜਿਹੜਾ ਉੱਥੇ ਘਾਹ ਫੂਸ ਹੈ ਉਸਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੁਸੀਂ ਚੱਕੋ, ਨਹੀਂ ਤਾਂ ਉੱਥੇ ਸਾਡੇ ਜਿਹੜੇ ਚਪੜਾਸੀ ਹੁੰਦੇ ਹੈ ਉਹਨਾਂ ਦੇ ਰਾਹੀਂ ਉਹ ਘਾਹ ਫੂਸ ਨੂੰ ਗਰਾਊਂਡ ਦੇ ਵਿੱਚੋਂ ਮਾਲੀ ਨੂੰ ਕਹਿ ਕੇ ਉੱਥੋਂ ਹਟਾ ਦੇਣਾ ਚਾਹੀਦਾ ਹੈ, ਠੀਕ ਹੈ। ਤੁਸੀਂ ਦੌੜਦੇ ਦੌੜਦੇ ਉੱਥੋਂ ਗਿਰ ਵੀ ਸਕਦੇ ਹੋ। ਫਿਰ ਬੱਚਿਓ ਸਕੂਲ ਦੇ ਵਿੱਚ ਦਫ਼ਤਰ ਦੀ ਗੱਲ ਆਉਂਦੀ ਹੈ, ਜਿੱਥੇ ਕਿ ਅਕਸਰ ਵੀ ਤੁਸੀਂ ਜਾਂਦੇ ਹੋ ਤਾਂ ਉੱਥੇ ਵੀ ਤੁਸੀਂ ਕੁਝ ਤੁਹਾਨੂੰ ਨਹੀਂ ਗਿਰਾਉਣਾ ਨਹੀਂ ਚਾਹੀਦਾ। ਉੱਥੇ ਰਜਿਸਟਰ, ਮੇਜ਼ ਅਤੇ ਕੁਰਸੀਆਂ ਦੀ ਸਫਾਈ ਦਾ ਵੀ ਧਿਆਨ ਰੱਖਣਾ ਚਾਹੀਦਾ। ਤੁਹਾਨੂੰ ਵੀ ਸਹਿਯੋਗ ਦੇਣਾ ਚਾਹੀਦਾ। ਉੱਥੋਂ ਦੀ ਸਫਾਈ ਨਹੀਂ ਹੈ ਤਾਂ ਚਪੜਾਸੀ ਨੂੰ ਕਹਿ ਕੇ ਸਾਫ਼ ਦਫ਼ਤਰ ਵੀ ਕਰਵਾ ਲੈਣਾ ਚਾਹੀਦਾ। ਫਿਰ ਬੱਚੇ ਤੁਸੀਂ ਲਾਇਬ੍ਰੇਰੀ ਦੇ ਵਿੱਚ ਸਕੂਲ ਦੇ ਵਿੱਚ ਅਕਸਰ ਹੀ ਜਾਂਦੇ ਹੋ ਤਾਂ ਉੱਥੇ ਕਿਤਾਬਾਂ ਅਤੇ ਬੈਂਚ ਅਤੇ ਦਰੀ ਨੂੰ ਸਾਫ਼ ਰੱਖਣਾ ਤੁਹਾਡਾ ਫਰਜ਼ ਬਣਦਾ। ਕਿਤਾਬਾਂ ਜਿੱਥੋਂ ਚੁੱਕਦੇ ਹੋ ਉੱਥੇ ਹੀ ਰੱਖਣੀਆਂ ਚਾਹੀਦੀਆਂ। ਅਗਰ ਕਿਤਾਬਾਂ ਦੇ ਉੱਪਰ ਆਲੇ ਦੁਆਲੇ ਕੋਈ ਘੱਟਾ ਹੈ ਤਾਂ ਡਸਟਰ ਲਾਇਬ੍ਰੇਰੀ ਦੇ ਵਿੱਚ ਪਿਆ ਤਾਂ ਤੁਹਾਡਾ ਵੀ ਫਰਜ਼ ਬਣਦਾ ਹੈ। ਵੈਸੇ ਤਾਂ ਲਾਇਬ੍ਰੇਰੀ ਸਾਫ਼ ਹੀ ਹੁੰਦੀ ਹੈ, ਅਤੇ ਤੁਹਾਡੇ ਲਈ ਬੈਂਚ ਹੈ ਜਿਹੜੇ ਬੈਂਚਾਂ ਦੇ ਉੱਪਰ ਵੀ ਉੱਥੇ ਤੁਸੀਂ ਗੰਦਗੀ, ਕਾਗਜ਼ ਜਾਂ ਫਿਰ ਪੈਨਸਲ ਦਾ ਕੁਛ ਵੀ ਨਾ ਹੀ ਉੱਥੇ ਤੁਹਾਡਾ ਪ੍ਰਦੂਸ਼ਣ ਹੋਣਾ ਚਾਹੀਦਾ, ਸ਼ੋਰ ਪ੍ਰਦੂਸ਼ਣ। ਅਤੇ ਦਰੀ ਵੀ ਉੱਥੋਂ ਦੀ ਜਾਂ ਫਿਰ ਬੈਂਚ ਨੇ ਤਾਂ ਸਾਫ਼ ਹੋਣੇ ਚਾਹੀਦੇ ਆ, ਠੀਕ ਹੈ। ਅਤੇ ਸਾਨੂੰ ਸਕੂਲ ਨੂੰ ਕਿਵੇਂ ਸਾਫ਼ ਰੱਖਣਾ ਹੈ, ਸਹਿਯੋਗ ਦਿੰਦੇ ਰਹਿਣਾ ਚਾਹੀਦਾ। ਬੱਚਿਓ ਇਹ ਤਾਂ ਹੁਣ ਤੁਹਾਨੂੰ ਮਾਈਂਡ ਮੈਪ ਸਫਾਈ ਵਾਲਾ ਸਾਰਾ ਦੱਸਿਆ ਗਿਆ। ਤੁਹਾਨੂੰ ਬੱਚਿਓ ਸਫਾਈ ਦਾ, ਆਪਣੇ ਦੰਦਾਂ ਦਾ ਵੀ ਧਿਆਨ ਰੱਖਣਾ ਚਾਹੀਦਾ। ਠੰਡਾ ਸੋਡਾ ਨਹੀਂ ਪੀਣਾ ਚਾਹੀਦਾ, ਚੋਕਲੇਟ ਨਹੀਂ ਖਾਣੀ ਚਾਹੀਦੀ, ਬਰਫ਼ ਵਾਲੀ ਕੁਲਫੀ ਵੀ ਖਾਣ ਨਾਲ ਦੰਦ ਖਰਾਬ ਹੋ ਜਾਂਦੇ ਹੈ। ਬੁਰਸ਼ ਨਾ ਕਰਨਾ ਬਹੁਤ ਗੰਦੀ ਬਿਮਾਰੀ ਹੁੰਦੀ ਹੈ। ਸਵੇਰੇ ਉੱਠ ਕੇ ਤੁਹਾਨੂੰ
ਬੁਰਸ਼ ਕਰਨਾ ਚਾਹੀਦਾ ਹੈ। ਦਾਤਣ ਅਗਰ ਕਰ ਸਕਦੇ ਹੋ ਤਾਂ ਦਾਤਣ ਵੀ ਕਰਨੀ ਚਾਹੀਦੀ ਹੈ। ਠੀਕ ਹੈ। ਹੱਥ ਧੋਵੇ ਬੇਫਿਕਰ ਹੋਵੇ। ਤਾਂ ਬਹੁਤ ਹੀ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ। ਹੱਥ ਧੋਂਦੇ ਰਹਿਣਾ ਚਾਹੀਦਾ ਹੈ, ਜਿਸ ਨਾਲ ਕੀਟਾਣੂ ਨਹੀਂ ਪੈਦਾ ਹੁੰਦੇ। ਕੀਟਾਣੂ ਨਹੀਂ ਪੈਦਾ ਹੋਣਗੇ ਤਾਂ ਅਸੀਂ ਬਿਮਾਰ ਨਹੀਂ ਹੋਵਾਂਗੇ, ਅਸੀਂ ਬਚੇ ਰਹਾਂਗੇ। ਬੱਚਿਓ, ਆਪ ਵੀ ਸਫਾਈ ਰੱਖਿਓ ਅਤੇ ਬਾਕੀਆਂ ਨੂੰ ਵੀ ਸਫਾਈ ਰੱਖਣ ਵਿੱਚ ਸਹਿਯੋਗ ਦਿਓ। ਧੰਨਵਾਦ ਜੀ।